ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। 846 ਅੰਗ ਤੇ ਕਥਾ ਪਹੁੰਚੀ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਛੰਤ ਨੇ। ਸਰਵਣ ਕਰੀਏ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਭਾਗ ਸੁਲਖਣਾ ਹਰ ਕੰਤ ਹਮਾਰਾ ਰਾਮ। ਬਿਲਾਵਲ ਰਾਗ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਆਹਾ ਮੇਰੇ ਕੰਤ ਦੇ ਭਾਗ ਬੜੇ ਸੁਲੱਖਣੇ। ਮੇਰੇ ਕੰਤ ਪਤੀ ਪ੍ਰਮਾਤਮਾ ਦੇ ਜਿਹੜੇ ਭਾਗ ਨੇ ਉਹ ਬੜੇ ਸੁਲੱਖਣੇ। ਦੁਨੀਆ ਵਿੱਚ ਮਾੜੇ ਭਾਗਾਂ ਵਾਲੇ ਜੀਵ ਬੜੇ ਮਿਲਦੇ, ਪਰ ਮੇਰੇ ਸੁਆਮੀ ਦੇ ਮੇਰੇ ਕੰਤ ਦੇ ਜਿਹੜੇ ਭਾਗ ਨੇ ਉਹ ਬੜੇ ਸੁਲੱਖਣੇ ਆ। ਭਾਗ ਸੁਲੱਖਣ ਹਰ ਕੰਤ ਹਮਾਰਾ। ਸਾਡਾ ਜਿਹੜਾ ਕੰਤ ਹੈ ਨਾ ਉਹ ਬੜਿਆ ਭਾਗਾਂ ਵਾਲਾ ਹੈ। ਉਹਦੇ ਤਾਂ ਦਰਸ਼ਨ ਕਰਕੇ ਮਾੜੇ ਭਾਗਾਂ ਵਾਲਿਆਂ ਦੇ ਭਾਗ ਚੰਗੇ ਹੋ ਜਾਂਦੇ। ਆਖੋ ਸਤਿਨਾਮ ਵਾਹਿਗੁਰੂ। ਮਾੜੇ ਭਾਗਾਂ ਵਾਲੇ ਵੀ ਮੇਰੇ ਕੰਤ ਦੇ ਦਰਸ਼ਨ ਕਰ ਲੈਣ, ਮੇਰੇ ਰੱਬ ਦੇ ਦਰਸ਼ਨ ਕਰ ਲੈਣ ਤੇ ਉਹਨਾਂ ਦੇ ਵੀ ਭਾਗ ਸੁਲੱਖਣੇ ਹੋ ਜਾਂਦੇ। ਐਸਾ ਹੈ ਮੇਰਾ ਕੰਤ, ਐਸਾ ਹੈ ਮੇਰਾ ਸੁਆਮੀ ਜੋ ਸੁਲੱਖਣੇ ਚੰਗੇ ਭਾਗਾਂ ਵਾਲਾ ਹੈ। ਅਨਹਦ ਵਾਜਿਤਰਾ ਤਿਸ ਧੁਨ ਦਰਬਾਰਾ ਰਾਮ। ਉਹਦੇ ਦਰਬਾਰ ਵਿੱਚ ਅਨਹਦ ਧੁਨਾਂ ਦੀ ਨਾਦ ਵੱਜ ਰਹੀ ਹੈ। ਜਿਹੜਾ ਮੇਰੇ ਸੁਆਮੀ ਦਾ ਕੰਤ ਦਾ ਦਰਬਾਰ ਹੈ ਨਾ, ਉੱਥੇ ਅਨਹਦ ਵਾਜਿਤਰਾ ਅਨਹਦ ਨਾਦਾਂ ਦੇ ਵਾਜੇ ਵੱਜ ਰਹੇ ਨੇ। ਉਹਨਾਂ ਦੀ ਅਪਾਰ ਧੁਨ ਹੋ ਰਹੀ ਹੈ। ਅਨਹਦ ਨਾਦ ਕਿਹੜੇ ਨੇ ਮੇਰੇ ਪ੍ਰਭੂ ਦੇ ਦਰਬਾਰ ਵਿੱਚ ਜਿਹੜੇ ਨਿਰੰਤਰ ਵੱਜਦੇ ਹੈ? ਉਹ ਹੈ ਮੇਰੇ ਸਾਹਿਬ ਦਾ ਸ਼ਬਦ ਵਾਹਿਗੁਰੂ ਵਾਹਿਗੁਰੂ। ਇਹ ਅਨਹਦ ਨਾਦਾਂ ਦਾ ਨਾਦ ਮੇਰੇ ਪ੍ਰਭੂ ਦੇ ਦਰਬਾਰ ਵਿੱਚ ਨਿਤ ਵੱਜ ਰਿਹਾ। ਨਿਤ ਅਨਹਦ ਇੱਕ ਰਸ ਲਗਾਤਾਰ ਨਿਰੰਤਰ ਵੱਜ ਰਿਹਾ ਹੈ। ਆਨੰਦ ਅਨਦਿਨ ਬਾਜੇ ਬਾਜੇ ਦਿਨ ਸਰੈਣ ਉਮਾਹਾ। ਮੇਰੇ ਮਾਲਕ ਦੇ ਦਰ ਦੇ ਉੱਤੇ ਅਨ ਦਿਨ ਰਾਤ ਦਿਨ ਆਨੰਦ ਦਾ ਵਾਜਾ ਵੱਜਦਾ ਹੈ। ਦਿਨ ਰਾਤ ਵੱਜਦਾ ਹੈ ਆਨੰਦ। ਅਨ ਦਿਨ ਵਜ ਹੈ ਵਾਜੇ ਦਿਨ ਸਰੈਣ ਰਾਤ ਦਿਨ। ਤਿਨਾਂ ਦੇ ਹਿਰਦਿਆਂ 'ਚ ਉਮਾ ਪੈਦਾ ਹੁੰਦਾ, ਉਤਸ਼ਾਹ ਪੈਦਾ ਹੁੰਦਾ। ਰਾਤ ਦਿਨ ਤਿਨਾਂ ਦੇ ਹਿਰਦਿਆਂ ਵਿੱਚ ਉਤਸ਼ਾਹ ਦੀ ਬਿਰਤੀ ਬਣੀ ਰਹਿੰਦੀ ਹੈ। ਔਰ ਤਿਨਾਂ ਦੇ ਹਿਰਦਿਆਂ ਰੂਪੀ ਘਰਾਂ ਵਿੱਚ, ਜਾਂ ਇੱਦਾਂ ਕਹਿ ਲਈਏ ਵਾਹਿਗੁਰੂ ਦੇ ਘਰ ਦੇ ਵਿੱਚ ਸਦਾ ਹੀ ਆਨੰਦ ਹੈ। ਉੱਥੇ ਰਾਤ ਦਿਨ ਆਨੰਦ ਦੇ ਵਾਜੇ ਵੱਜਦੇ ਨੇ, ਜਿਸ ਨੂੰ ਸੁਣ ਕੇ ਰਾਤ ਦਿਨ ਮੇਰੇ ਮਨ 'ਚ ਉਮਾ ਪੈਦਾ ਹੋ ਰਿਹਾ ਉਹਨੂੰ ਮਿਲਣ ਦਾ। ਮੇਰੇ ਮਨ 'ਚ ਉਤਸ਼ਾਹ ਪੈਦਾ ਹੋ ਰਿਹਾ ਕਿ ਮੈਂ ਉਹਨੂੰ ਜਾ ਕੇ ਮਿਲਾਂ। ਤਹਿ ਰੋਗ ਸੋਗ ਨਾ ਦੁਖ ਵਿਆਪੈ ਜਨਮ ਮਰਨ ਨਾ ਤਾਹਾ। ਮੇਰੇ ਪ੍ਰਭੂ ਦੇ ਉਸ ਘਰ ਵਿੱਚ ਨਾ ਕੋਈ ਰੋਗ ਹੈ, ਨਾ ਕੋਈ ਸੋਗ ਹੈ, ਨਾ ਕੋਈ ਦੁੱਖ ਵਿਆਪਦਾ, ਤੇ ਨਾ ਹੀ ਉੱਥੇ ਜਨਮ ਮਰਨ ਦਾ ਦੁੱਖ ਹੈ। ਉੱਥੇ ਨਾ ਕੋਈ ਜੰਮਦਾ, ਨਾ ਕੋਈ ਮਰਦਾ, ਨਾ ਕੋਈ ਰੋਗ, ਨਾ ਕੋਈ ਸੋਗ, ਨਾ ਕੋਈ ਦੁੱਖ। ਜਿਹੜਾ ਮੇਰੇ ਪ੍ਰਭੂ ਦਾ ਘਰ ਹੈ, ਜਿੱਥੇ ਅਸੀਂ ਵਸਣਾ, ਜਿਸ ਘਰ ਵਿੱਚ ਅਸੀਂ ਪਹੁੰਚਣਾ, ਜਿਸ ਘਰ ਨੂੰ ਅਸੀਂ ਖੋਜਣਾ, ਉਸ ਘਰ ਦੀ ਵਡਿਆਈ ਦੱਸ ਰਹੇ ਨੇ ਸਤਿਗੁਰੂ। ਕਹਿੰਦੇ ਉਸ ਘਰ ਵਿੱਚ, ਮੇਰੇ ਪ੍ਰਭੂ ਦੇ ਉਸ ਘਰ ਵਿੱਚ ਕਦੇ ਸੋਗ ਨਹੀਂ ਹੈ, ਰੋਗ ਨਹੀਂ ਹੈ। ਰੋਗ ਸੋਗ ਨਾ ਦੁੱਖ ਵਿਆਪੈ। ਨਾ ਉੱਥੇ ਕੋਈ ਦੁੱਖ ਵਿਆਪਦਾ। ਕਿਉਂ ਨਹੀਂ ਵਿਆਪਦਾ? ਕਿਉਂਕਿ ਉੱਥੇ ਜਨਮ ਮਰਨ ਨਹੀਂ ਹੈ। ਜਨਮ ਮਰਨ ਨਾ ਤਾਹਾ। ਤਾਹਾ ਉਸ ਜਗ੍ਹਾ ਤੇ ਨਾ ਜਨਮ ਹੈ ਨਾ ਮਰਨ ਹੈ। ਰੋਗ ਸੋਗ ਉੱਥੇ ਹੁੰਦੇ ਨੇ ਜਿੱਥੇ ਜਨਮ ਮਰਨ ਹੋਵੇ।
ਉੱਥੇ ਨਾ ਜਨਮ ਹੈ ਨਾ ਮਰਨ ਹੈ, ਇਸ ਕਰਕੇ ਨਾ ਕੋਈ ਰੋਗ ਹੈ, ਨਾ ਸੋਗ ਹੈ, ਨਾ ਦੁੱਖ ਹੈ। ਰਿੱਧ ਸਿੱਧ ਸੁਧਾ ਰਸ ਅੰਮ੍ਰਿਤ। ਮੇਰੇ ਉਸ ਪ੍ਰਭੂ ਦੇ ਘਰ ਵਿੱਚ ਰਿੱਧੀਆਂ ਸਿੱਧੀਆਂ ਦੀਆਂ ਬੇਅੰਤ ਅਜਮਤਾਂ ਸੁੱਤੇ ਸਿੱਧੀ ਫਿਰਦੀਆਂ। ਉੱਥੇ ਬੇਅੰਤ ਰਿੱਧੀਆਂ ਸਿੱਧੀਆਂ ਨੇ। ਉਹ ਬੇਅੰਤ ਰਿੱਧੀਆਂ ਸਿੱਧੀਆਂ ਦਾ ਮਾਲਕ ਜੋ ਹੋਇਆ, ਇਸ ਕਰਕੇ ਉਹਦੇ ਘਰ ਵਿੱਚ ਰਿੱਧ ਸਿੱਧ ਫਿਰ ਸੁਧਾ ਰਸ ਅੰਮ੍ਰਿਤ। ਅੰਮ੍ਰਿਤ ਰਸ ਉੱਥੇ ਸੁਧਾ ਵਰਤਦਾ ਹੈ ਸਦਾ। ਸੁਧਾ, ਸੁਧਾ ਦਾ ਮਤਲਬ ਵੀ ਅੰਮ੍ਰਿਤ ਹੈ। ਅੰਮ੍ਰਿਤ ਰਸ ਹੀ ਅੰਮ੍ਰਿਤ ਰਸ ਹੈ ਉੱਥੇ। ਉੱਥੇ ਅੰਮ੍ਰਿਤ ਹੀ ਵੰਡਿਆ ਜਾਂਦਾ। ਉੱਥੇ ਅੰਮ੍ਰਿਤ ਵੰਡੀਐ ਸੁਖੀਆ ਹਰ ਕਰਨੇ। ਉੱਥੇ ਸਦਾ ਹੀ ਅੰਮ੍ਰਿਤ ਵੰਡਿਆ ਜਾਂਦਾ ਹੈ। ਉੱਥੇ ਸਦਾ ਹੀ ਅੰਮ੍ਰਿਤ ਵਰਤਦਾ ਹੈ। ਭਗਤ ਭਰੇ ਭੰਡਾਰਾ। ਉਹਦੇ ਜਿਹੜੇ ਭੰਡਾਰੇ ਨੇ ਰੱਬ ਦੇ ਘਰ ਦੇ, ਉਹ ਭਗਤੀ ਨਾਲ ਭਰੇ ਹੋਏ ਨੇ। ਉਹਦੇ ਭੰਡਾਰੇ ਭਗਤੀ ਨਾਲ ਲਬਾ ਲਬ ਭਰੇ ਹੋਏ ਹਨ। ਬਿਨ ਬੰਤ ਨਾਨਕ ਬਲਿਹਾਰ ਵੰਜਾ। ਪਾਰ ਬ੍ਰਹਮ ਪ੍ਰਾਣ ਆਧਾਰਾ। ਮੈਂ ਆਪਣੇ ਪਾਰ ਬ੍ਰਹਮ ਪ੍ਰਾਣਾ ਦੇ ਆਧਾਰ ਵਾਹਿਗੁਰੂ ਪਰਮੇਸ਼ਰ ਤੋਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਬਲਿਹਾਰ ਜਾਵਾਂ। ਬਲਿਹਾਰ ਵੰਜਾ। ਬਲਿਹਾਰ ਵੰਜਾ ਦਾ ਮਤਲਬ ਜਾਵਾਂ, ਵਾਰੇ ਵਾਰੇ ਜਾਵਾਂ, ਬਲਿਹਾਰ ਜਾਵਾਂ ਆਪਣੇ ਐਸੇ ਕੰਤ ਤੋਂ, ਆਪਣੇ ਐਸੇ ਸੁਆਮੀ ਤੋਂ, ਐਸੇ ਪਾਰ ਬ੍ਰਹਮ ਪਰਮੇਸ਼ਰ ਤੋਂ ਜਿਹੜਾ ਮੇਰੇ ਪ੍ਰਾਣਾ ਦਾ ਆਧਾਰ ਹੈ, ਮੇਰੇ ਪ੍ਰਾਣਾ ਦਾ ਆਸਰਾ ਹੈ। ਸੁਣ ਸਖੀ ਸਹੇਲੜੀ ਹੋ ਮਿਲ ਮੰਗਲ ਗਾਵਹਿ ਰਾਮ। ਹੇ ਮੇਰੀਓ ਸਖੀਓ, ਹੇ ਮੇਰੀਓ ਸਹੇਲੀਓ, ਜੀਵ ਰੂਪੀ ਇਸਤਰੀਓ ਸੁਣੋ। ਮਿਲੋ, ਸਤ ਸੰਗਤ ਵਿੱਚ ਮਿਲੋ ਤੇ ਸਤ ਸੰਗਤ ਵਿੱਚ ਮਿਲ ਕੇ ਇਕੱਤਰ ਹੋ ਕੇ ਆਪਣੇ ਉਸ ਪਤੀ ਪਾਰ ਬ੍ਰਹਮ ਪਰਮੇਸ਼ਰ ਦੇ ਮੰਗਲ ਗਾਵੋ, ਉਹਦੀਆਂ ਸਿਫਤਾਂ ਗਾਵੋ। ਮਿਲ ਉਸ ਵਾਹਿਗੁਰੂ ਪਰਮੇਸ਼ਰ ਦੇ ਸਤ ਸੰਗੀ ਸੱਜਣਾ ਨਾਲ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਵੋ। ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵਹਿ ਰਾਮ। ਮਨ ਕਰਕੇ ਔਰ ਤਨ ਕਰਕੇ ਪਰਮੇਸ਼ਰ ਨਾਲ ਪ੍ਰੇਮ ਕਰਨਾ। ਮਨ ਤੇ ਤਨ ਕਰਕੇ ਪ੍ਰੇਮ ਕਰਕੇ ਫੇਰ ਉਸ ਪ੍ਰਭੂ ਦਾ ਜਾਪ ਜਪੋ। ਪ੍ਰਭ ਰਾਵ, ਪ੍ਰਭ ਕੋ ਰਾਵਹਿ ਰਾਮ। ਰਾਵਹਿ ਦਾ ਮਤਲਬ ਹੁੰਦਾ ਵੀ ਉਹਦਾ ਨਾਮ ਜਪਣਾ। ਨਾਮ ਜਪਣ ਤੋਂ ਪਹਿਲਾਂ ਕੀ ਕਰਨਾ? ਉਹਦੇ ਨਾਲ ਪ੍ਰੇਮ ਕਰਨਾ। ਜਿਸ ਨਾਲ ਪ੍ਰੇਮ ਕਰੀਦਾ ਉਹਨੂੰ ਬੰਨ੍ਹ ਕੇ ਨਹੀਂ ਰੱਖੀਦਾ। ਅਸੀਂ ਅਕਸਰ ਜਿਹਦੇ ਨਾਲ ਪ੍ਰੇਮ ਕਰਦੇ ਆ ਨਾ, ਉਹਨੂੰ ਬੰਨ੍ਹ ਕੇ ਰੱਖਣ ਦਾ ਯਤਨ ਕਰਦੇ ਆ, ਬਸ ਮੇਰਾ ਰਹੇ। ਉਹ ਸੱਜੇ ਖੱਬੇ ਜਾਣ ਲੱਗੇ, ਹਾਂ ਕਿੱਥੇ ਚੱਲਿਆ, ਉਹਦੇ ਤੇ ਟੋਕਾ ਟਾਕੀ, ਉਹਦੇ ਤੇ ਪਾਬੰਦੀ ਰੱਖਦੇ ਹਾਂ। ਜਿਹਦੇ ਨਾਲ ਸਾਡਾ ਪ੍ਰੇਮ ਹੋਵੇ ਉਹਨੂੰ ਪ੍ਰੇਮ ਨਹੀਂ ਕਹਿੰਦੇ, ਉਹਨੂੰ ਮੋਹ ਕਹਿੰਦੇ ਆ। ਜਿਸ ਨਾਲ ਪ੍ਰੇਮ ਕਰੀਦਾ ਉਹਨੂੰ ਸੁਤੰਤਰ ਛੱਡ ਦਿਓ। ਜਦੋਂ ਸੁਤੰਤਰ ਕਰਕੇ ਉਸ ਨਾਲ ਪ੍ਰੇਮ ਕਰੋਗੇ ਫਿਰ ਉਹ ਤੁਹਾਡੇ ਪ੍ਰੇਮ ਦੀ ਕਦਰ ਇਹੋ ਜਿਹੀ ਕਰੇਗਾ, ਤੁਹਾਨੂੰ ਛੱਡ ਕੇ ਜਾਏਗਾ ਹੀ ਨਹੀਂ। ਪਾਰ ਬ੍ਰਹਮ ਪਰਮੇਸ਼ਰ ਨਾਲ ਜਦੋਂ ਪ੍ਰੇਮ ਕਰੀਦਾ ਤੇ ਉਹਨੂੰ ਬੰਨ੍ਹ ਕੇ ਨਹੀਂ ਰੱਖੀਦਾ ਵੀ ਮੇਰਾ ਹੀ ਬਣ ਕੇ ਰਹਿ, ਜਿਵੇਂ ਮੈਂ ਕਹਾਂ ਉਦਾਂ ਕਰ, ਜਿਵੇਂ ਮੈਂ ਕਹਾਂ ਉਦਾਂ ਹੀ ਕਰ। ਉਹ ਪ੍ਰੇਮ ਨਹੀਂ ਹੁੰਦਾ, ਉਹ ਸਾਡਾ ਸਵਾਰਥ ਹੈ। ਜਦੋਂ ਪ੍ਰੇਮ ਕਰੀਏ ਉਸ ਪ੍ਰਭੂ ਨਾਲ, ਪਰਮੇਸ਼ਰ ਨਾਲ, ਉਹਨੂੰ ਸੁਤੰਤਰ ਰਹਿਣ ਦਿਓ। ਹੈ ਹੀ ਸੁਤੰਤਰ। ਤੋ ਐਸਾ ਪ੍ਰੇਮ ਕਰੀਏ ਕਿ ਤੁਹਾਡੇ ਹਿਰਦੇ ਦਾ ਪ੍ਰੇਮ ਵੇਖ ਕੇ ਉਹ ਰੱਬ ਹੀ ਤੁਹਾਨੂੰ ਛੱਡ ਕੇ ਨਾ ਜਾਵੇ। ਤੁਹਾਡਾ ਕੋਈ ਕਾਰਜ ਹੋਵੇ ਉਹ ਆਪਣੇ ਆਪ ਹੀ ਕਰਨ ਲੱਗ ਪਵੇ, ਤੁਹਾਨੂੰ ਕਹਿਣਾ ਵੀ ਨਾ ਪਵੇ। ਉਹਨੂੰ ਪ੍ਰੇਮ ਕਹਿੰਦੇ। ਮਹਾਰਾਜ ਜੀ ਕਹਿੰਦੇ ਪਹਿਲਾਂ ਮਨ ਕਰਕੇ ਤੇ ਤਨ ਕਰਕੇ ਉਹਦੇ ਨਾਲ ਪ੍ਰੇਮ ਕਰ। ਪ੍ਰੇਮ ਕਰਕੇ ਫਿਰ ਉਹਦਾ ਨਾਮ ਜਪ, ਉਹਦਾ ਨਾਮ ਧਿਆ। ਪ੍ਰਭ ਕੋ ਰਾਵ ਹੈ ਰਾਮ। ਫਿਰ ਉਸ ਪ੍ਰਭੂ ਨੂੰ ਰਾਵ, ਰਾਵ ਦਾ ਮਤਲਬ ਹੁੰਦਾ ਜਪ। ਫਿਰ ਉਹਦਾ ਨਾਮ ਆਰਾਧ। ਕਰ ਪ੍ਰੇਮ ਰਾਵੈ ਤਿਸੈ ਪਾਵੈ
ਇਕ ਨਿਮਕ ਪਾਲਕ ਨਾ ਤਿਆਗੀਐ। ਜਦੋਂ ਪ੍ਰੇਮ ਕਰਕੇ ਉਸ ਵਾਹਿਗੁਰੂ ਨੂੰ ਜਪੋਗੇ ਫਿਰ ਉਹਨੂੰ ਭਾਵੇਗਾ, ਫਿਰ ਉਹਨੂੰ ਚੰਗਾ ਲੱਗੇਗਾ ਵੀ ਮੇਰਾ ਜਾਪ ਮੇਰੇ ਪ੍ਰੇਮ ਚ ਆ ਕੇ ਜਪ ਰਿਹਾ। ਜਦੋਂ ਪ੍ਰੇਮ ਵਿੱਚ ਆ ਕੇ ਉਸ ਨੂੰ ਜਪੋਗੇ ਫਿਰ ਉਹਨੂੰ ਭਾਵੋਗੇ, ਇਹੋ ਜਿਹੀ ਅਵਸਥਾ ਬਣੇਗੀ ਫਿਰ ਇੱਕ ਨਿਮਕ ਪਲ ਮਾਤਰ ਵੀ ਉਹਨੂੰ ਤਿਆਗ ਨਹੀਂ ਸਕੋਗੇ। ਇੱਕ ਨਿਮਕ ਮਾਤਰ, ਇੱਕ ਪਲਕ ਮਾਤਰ ਦਾ ਸਮਾਂ ਵੀ ਉਹ ਨਹੀਂ ਵਿਸਰੇਗਾ। ਕਹਿ ਕੰਠ ਲਾਈਐ ਨਹਿ ਲਜਾਈਐ, ਚਰਨ ਰਜ ਮਨ ਪਾਗੀਐ। ਕਹਿੰਦੇ ਜਦੋਂ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਿਸੇ ਉਹਨੂੰ ਘੁੱਟ ਕੇ ਗਲ ਵਕੜੀ ਚ ਲੈ ਲਓ। ਗਹਿ ਕੰਠ ਲਾਈਐ, ਫੜ ਕੇ ਘੁੱਟ ਕੇ ਉਹਨੂੰ ਗਲ ਨਾਲ ਲਾ ਲਓ, ਯਾਨੀ ਕਿ ਉਹਦਾ ਪਰਪੱਕ ਨਿਸ਼ਚਾ ਆਪਣੇ ਹਿਰਦੇ ਚ ਵਸਾ ਲਓ। ਨਹਿ ਲਜਾਈਐ, ਇਹ ਕੰਮ ਕਰਦਿਆਂ ਸ਼ਰਮ ਨਹੀਂ ਕਰਨੀ। ਨਹਿ ਲਜਾਈਐ, ਉਹਦਾ ਪਰਪੱਕ ਨਿਸ਼ਚਾ ਆਪਣੇ ਹਿਰਦੇ ਚ ਵਸਾਉਣਾ ਹੀ ਉਹਨੂੰ ਗਲ ਨਾਲ ਲਾਉਣਾ। ਤੇ ਜਦੋਂ ਉਹਨੂੰ ਗਲ ਨਾਲ ਲਾਉਣਾ ਕਹਿੰਦੇ ਉਦੋਂ ਸ਼ਰਮ ਨਹੀਂ ਕਰਨੀ, ਲੋਕ ਕੀ ਆਖਣਗੇ, ਦੁਨੀਆ ਕੀ ਕਹੇਗੀ। ਨਹਿ ਲਜਾਈਐ, ਲਾਜ ਨਹੀਂ ਰੱਖਣੀ ਲੋਕਾਂ ਦੀ। ਚਰਨ ਰਜ ਮਨ ਪਾਗੀ ਹੈ, ਉਹਦੇ ਚਰਨ ਕਮਲਾਂ ਦੀ ਜਿਹੜੀ ਧੂੜੀ ਆ ਉਹਦੇ ਵਿੱਚ ਆਪਣੇ ਮਨ ਨੂੰ ਪਾਗੀ ਹੈ, ਮਤਲਬ ਖਚਿਤ ਕਰ ਦਈਏ ਵੀ ਉਹਦੇ ਚਰਨ ਕਮਲਾਂ ਦੀ ਧੂੜੀ ਵਿੱਚ ਹੀ ਇਹ ਮਨ ਲੱਗਾ ਰਹੇ। ਭਗਤ ਠਗੌਰੀ ਪਾਏ ਮੋਹ, ਆਨਤ ਕਤੁ ਨਾ ਤਾਵੈ। ਕਹਿੰਦੇ ਪਰਮੇਸ਼ਰ ਨੂੰ ਮੋਹਣਾ। ਪੁਰਾਣੇ ਸਮਿਆਂ 'ਚ ਨਾ ਚੋਰਾਂ ਦੇ ਕੋਲ ਇੱਕ ਬੂਟੀ ਹੁੰਦੀ ਸੀ, ਉਹਨੂੰ ਠਗਮੂਰੀ ਬੂਟੀ ਕਹਿੰਦੇ ਸੀ। ਉਹ ਸੁੰਘਾ ਕੇ ਨਾ ਰਾਹ 'ਚ ਲੋਕਾਂ ਨੂੰ ਠੱਗ ਲੈਂਦੇ ਸੀ, ਮੋਹ ਲੈਂਦੇ ਸੀ। ਕਹਿੰਦੇ ਐ ਸੇਵਕ, ਐ ਸਿੱਖਾ, ਤੂੰ ਉਸ ਪ੍ਰਮਾਤਮਾ ਨੂੰ ਮੋਹਣਾ ਤੇ ਭਗਤੀ ਰੂਪੀ ਠਗੌਰੀ ਬੂਟੀ ਨਾਲ ਉਹ ਮੋਹਿਆ ਜਾਂਦਾ। ਭਗਤੀ ਰੂਪੀ ਠਗੌਰੀ ਬੂਟੀ ਉਹਨੂੰ ਪਾ ਕੇ ਮੋਹ ਲੈ। ਮੋਹ ਅਨੰਤ ਕਤਹੁ ਨਾ ਧਾਵੈ, ਐਦਾਂ ਹੀ ਨਾ ਸੱਜੇ ਖੱਬੇ ਭੱਜਿਆ ਫਿਰ, ਭਟਕਦਾ ਫਿਰ ਹੋਰ ਪਾਸੇ ਹੋਰ ਥਾਵਾਂ ਤੇ। ਪਰਮੇਸ਼ਰ ਨੂੰ ਭਗਤੀ ਰੂਪੀ ਠਗੌਰੀ ਪਾ ਕੇ ਮੋਹ ਲੈ। ਆ ਏਦਾਂ ਹੀ ਨਹੀਂ ਸੱਜੇ ਖੱਬੇ ਠੋਕਰਾਂ ਖਾਂਦਾ ਫਿਰ, ਭਟਕਦਾ ਫਿਰ। ਬੇਨਵੰਤ ਨਾਨਕ ਮਿਲ ਸੰਗ ਸਾਜਨ, ਅਮਰ ਪਦਵੀ ਪਾਵੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਆ, ਸਤ ਸੰਗਤ ਜਨਾਂ ਵਿੱਚ, ਸਤ ਸੰਗੀਆਂ ਵਿੱਚ ਮਿਲ ਕੇ ਅਮਰ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਬੇਸਮਨ ਬੇਸਮ ਪਈ, ਪੇਖ ਗੁਣ ਅਵਿਨਾਸੀ ਰਾਮ। ਆਪਣੇ ਅਬਨਾਸੀ ਪ੍ਰਭੂ ਦੇ ਗੁਣ ਵੇਖ ਕੇ ਮੈਂ ਬੇਸਮ ਭਈ ਹਾਂ, ਮੈਂ ਹੈਰਾਨ ਹੋ ਗਈ ਹਾਂ, ਮੈਂ ਅਚਰਜ ਹੋ ਗਈ ਹਾਂ। ਮੇਰੇ ਪ੍ਰਭੂ ਦੇ ਇੰਨੇ ਗੁਣ, ਇਤਨੇ ਗੁਣਾ ਦਾ ਮਾਲਕ, ਇਤਨੇ ਗੁਣਾ ਦੇ ਸਹਿਤ ਹੈ। ਕਹਿੰਦੇ ਮੈਂ ਵੇਖ ਕੇ ਅਚਰਜ ਹੋ ਗਈ, ਵਿਸਮਾਦ ਹੋ ਗਈ। ਕਰ ਗਹਿ ਪੂਜਾ ਗਹੀ, ਕਟ ਜਮ ਕੀ ਫਾਸੀ ਰਾਮ। ਕਹਿੰਦੇ ਮੇਰੇ ਪ੍ਰਭੂ ਨੇ ਘੁੱਟ ਕੇ ਮੇਰੀ ਬਾਹ ਫੜ ਲਈ ਤੇ ਬਾਹ ਫੜ ਕੇ ਮੈਨੂੰ ਆਪਣੇ ਗਲ ਨਾਲ ਲਾ ਕੇ ਮੇਰੀਆਂ ਜਿੰਨੀਆਂ ਜੰਮਾਂ ਦੀਆਂ ਫਾਹੀਆਂ ਸੀ ਕੱਟ ਦਿੱਤੀਆਂ। ਮੇਰੀ ਬਾਹ ਮੇਰੇ ਪ੍ਰਭੂ ਨੇ ਘੁੱਟ ਕੇ ਫੜ ਲਈ ਔਰ ਜੰਮਾਂ ਦੀ ਫਾਹੀ ਮੇਰੇ ਗਲ 'ਚ ਜਿਹੜੀ ਪਈ ਹੋਈ ਸੀ ਉਹਨੂੰ ਕੱਟ ਦਿੱਤਾ। ਗਹਿ ਪੂਜਾ ਲੀਨੀ ਦਾਸ ਕੀਨੀ, ਅੰਕੁਰ ਉਦੋਤ ਜਣਾਇਆ। ਮੇਰੀ ਬਾਹ ਫੜ ਕੇ ਮੇਰੇ ਪ੍ਰਭੂ ਨੇ ਆਪਣਾ ਦਾਸ ਬਣਾ ਲਿਆ, ਮੈਨੂੰ ਸੇਵਕ ਬਣਾ ਲਿਆ ਔਰ ਮੇਰੇ ਪੂਰਬਲੇ ਜਨਮਾਂ ਦੇ ਕੀਤੇ ਜਿਹੜੇ ਚੰਗੇ ਕਰਮ ਸੀ ਉਹਨਾਂ ਨੂੰ ਫਲੀਭੂਤ ਕਰ ਦਿੱਤਾ। ਅੰਕੁਰ ਉਹ ਜੰਮ ਗਏ। ਚੰਗੇ ਕਰਮ ਜਦੋਂ ਜਾਗਦੇ ਨੇ ਉਹਦੀ ਨਿਸ਼ਾਨੀ ਕੀ ਹੈ? ਸਾਡੇ ਪੂਰਬਲੇ ਜਨਮਾਂ ਦੇ ਚੰਗੇ ਕਰਮ ਜਦੋਂ ਜਾਗਦੇ ਉਹਦੀ ਕੀ ਨਿਸ਼ਾਨੀ ਹੈ? ਉਹਦੀ ਨਿਸ਼ਾਨੀ ਹੈ ਕਿ ਉਦੋਂ ਤੁਹਾਡੇ ਹਿਰਦੇ 'ਚ ਚੰਗੇ ਫੁਰਨੇ ਪੈਦਾ ਹੋਣ ਲੱਗ ਪੈਂਦੇ। ਜਦੋਂ ਚੰਗੇ ਕਰਮ ਜਾਗਦੇ ਨੇ ਉਦੋਂ ਚੰਗੇ ਫੁਰਨੇ ਜਾਗਦੇ ਨੇ, ਇਹ ਸਮਝ ਲਓ। ਜਦੋਂ ਮਾੜੇ ਫੁਰਨੇ ਆਉਣ ਲੱਗ ਪੈਣ, ਮਾੜੇ ਖਿਆਲ ਆਉਣ ਲੱਗ ਪੈਣ ਤਾਂ ਸਮਝ ਲਓ ਮਾੜੇ ਕਰਮ ਜਾਗ ਰਹੇ ਨੇ। ਜਦੋਂ ਚੰਗੇ ਫੁਰਨੇ ਆਉਣ ਲੱਗ ਪੈਣ, ਸੇਵਾ ਦੇ, ਸਿਮਰਨ ਦੇ, ਭਲਾ ਕਰਨ ਦੇ, ਪਰਉਪਕਾਰ ਕਰਨ ਦੇ, ਸੇਵਾ, ਇਹ ਸ਼ੁਭ ਫੁਰਨੇ ਜਦੋਂ ਹਿਰਦੇ 'ਚ ਜਾਗਣ ਲੱਗ ਪੈਣ ਤਾਂ ਸਮਝ ਲਓ ਕਰਮ ਜਾਗ ਰਹੇ ਨੇ, ਚੰਗੇ ਕਰਮ ਜਾਗ ਰਹੇ ਨੇ। ਕਹਿੰਦੇ ਮੇਰੇ ਅੰਦਰ ਫੁਰਨੇ ਚੰਗੇ ਜਾਗ ਪਏ ਨੇ, ਇਸ ਕਰਕੇ ਮੈਂ ਕਹਿ ਰਿਹਾ ਕਿ ਮੇਰੇ ਪ੍ਰਭੂ ਨੇ ਮੇਰੀ ਬਾਹ ਫੜੀ ਤੇ ਮੇਰੇ ਪੂਰਬਲੇ ਜਨਮਾਂ ਦੇ ਜਿਹੜੇ ਕਰਮ ਸਨ ਉਹ ਅੰਕੁਰਿਤ ਹੋ ਗਏ, ਫਲੀਭੂਤ ਹੋ ਗਏ।
ਮਾਲਨ ਮੋਹ ਵਿਕਾਰ ਨਾਠੇ ਦਿਵਸ ਨਿਰਮਲ ਆਇਆ। ਕਹਿੰਦੇ ਨਿਰਮਲ ਦਿਨ ਚੜ ਗਿਆ ਮੇਰੇ ਜੀਵਨ ਵਿੱਚ, ਜਿੰਨੇ ਮੈਲ ਸੀ ਮੋਹ ਵਿਕਾਰ ਆਦਿਕ ਉਹ ਸਾਰੇ ਨੱਠ ਗਏ, ਦੂਰ ਹੋ ਗਏ। ਦ੍ਰਿਸ਼ਟ ਤਾਰੀ ਮਨ ਪਿਆਰੀ ਮਹਾ ਦੁਰਮਤ ਨਾਸੀ। ਮੇਰਾ ਪ੍ਰਭੂ ਦ੍ਰਿਸ਼ਟ ਧਾਰੀ ਹੈ, ਉਹਨੇ ਜਦੋਂ ਦ੍ਰਿਸ਼ਟੀ ਕੀਤੀ ਤੇ ਮੈਂ ਉਹਦੇ ਮਨ ਨੂੰ ਪਿਆਰੀ ਹੋ ਗਈ। ਮੇਰੇ ਅੰਦਰ ਜਿੰਨੀ ਖੋਟੀ ਮਤ ਸੀ, ਦੁਰਮਤ, ਉਹ ਨਸ ਗਈ, ਦੁਰਮਤ ਬਿਨਸ ਗਈ, ਖੋਟੀ ਮਤ ਦਾ ਵਿਨਾਸ਼ ਹੋ ਗਿਆ। ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਵਿਨਾਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ, ਮੈਂ ਹੁਣ ਨਿਰਮਲ ਹੋ ਗਈ, ਪਵਿੱਤਰ ਹੋ ਗਈ, ਮੇਰਾ ਅਵਿਨਾਸੀ ਪ੍ਰਭੂ ਮੈਨੂੰ ਆ ਕੇ ਮਿਲ ਗਿਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਬਰਫ਼ ਦਾ ਟੁਕੜਾ ਪਿਆ ਹੋਵੇ, ਉਹਦੇ ਤੇ ਸੂਰਜ ਦੀ ਕਿਰਨ ਜਦੋਂ ਮਿਲਦੀ ਹੈ ਨਾ, ਉਹਨੂੰ ਛੂੰਹਦੀ ਹੈ ਬਰਫ਼ ਦੇ ਟੁਕੜੇ ਨੂੰ, ਤੇ ਫਿਰ ਕੀ ਹੁੰਦਾ, ਉਹ ਬਰਫ਼ ਦਾ ਟੁਕੜਾ ਪਾਣੀ ਦੇ ਵਿੱਚ ਮਿਲ ਕੇ ਪਾਣੀ ਹੋ ਜਾਂਦਾ। ਹੁੰਦਾ ਹੀ ਪਾਣੀ ਹੈ, ਉਹ ਜੰਮ ਜਾਂਦਾ ਹੈ, ਇਸ ਕਰਕੇ ਪਾਣੀ ਤੋਂ ਵੱਖਰਾ ਹੋ ਜਾਂਦਾ। ਜਦੋਂ ਸੂਰਜ ਦੀ ਕਿਰਨ ਪੈਂਦੀ ਹੈ ਉਹਦੇ ਤੇ, ਫਿਰ ਉਹ ਜਲ ਦਾ ਜਲ ਹੀ ਹੋ ਜਾਂਦਾ, ਦਰਵੀਭੂਤ ਹੋ ਕੇ ਖੁਰ ਕੇ ਉਹ ਬਰਫ਼ ਪਾਣੀ ਵਿੱਚ ਮਿਲ ਕੇ ਪਾਣੀ ਰੂਪ ਹੋ ਜਾਂਦੀ ਹੈ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਮਨੁੱਖ ਹੈ ਤਾਂ ਪਰਮੇਸ਼ਰ ਦਾ ਹੀ ਰੂਪ, ਪਰ ਉਹਦੇ ਤੋਂ ਵੱਖਰਾ ਹੋਇਆ ਹੋਇਆ ਮੈਂ ਮੇਰੀ ਕਰਕੇ। ਜਦੋਂ ਗੁਰੂ ਦੇ ਗਿਆਨ ਰੂਪੀ ਸੂਰਜ ਦੀ ਕਿਰਨ ਪੈਂਦੀ ਹੈ ਨਾ ਇਹਦੇ ਤੇ, ਜਾਂ ਇਦਾਂ ਕਹਿ ਲਈਏ ਗੁਰੂ ਦੇ ਉਪਦੇਸ਼ ਦੀ ਕਿਰਨ ਸੂਰਜ ਦੀ ਪੈਂਦੀ ਹੈ ਇਹਦੇ ਤੇ, ਫਿਰ ਇਹ ਵੀ ਜਲ ਦਾ ਜਲ ਹੋ ਜਾਂਦਾ। ਇਹਦੀ ਜੋਤ ਉਸ ਪਰਮਾਤਮਾ ਵਿੱਚ ਮਿਲ ਕੇ ਉਸੇ ਦਾ ਸਵਰੂਪ ਹੋ ਜਾਂਦੀ ਹੈ ਤੇ ਇਹ ਫਿਰ ਸੰਪੂਰਨ ਹੋ ਜਾਂਦਾ। ਅਕਸਰ ਅਸੀਂ ਇਹ ਪੰਕਤੀ ਜਦੋਂ ਕੋਈ ਚਲਾਣੇ ਕਰ ਜੇ ਉਦੋਂ ਪੜ੍ਹਦੇ ਹਾਂ, ਪਰ ਇਹ ਜਿਉਂਦਿਆਂ ਜੀ ਦੀ ਅਵਸਥਾ ਹੈ, ਇਹ ਜਿਉਂਦਿਆਂ ਜੀ ਮਾਣੀ ਜਾਂਦੀ ਹੈ। ਜਿਨ੍ਹਾਂ ਤੇ ਗੁਰੂ ਉਪਦੇਸ਼ ਦੇ ਸੂਰਜ ਦੀ ਕਿਰਨ ਪੈ ਗਈ, ਉਹ ਫਿਰ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ 'ਚ ਮਿਲ ਕੇ ਉਸੇ ਦਾ ਸੰਪੂਰਨ ਸਵਰੂਪ ਹੋ ਗਏ, ਉਸੇ ਵਿੱਚ ਹੀ ਇੱਕ ਬਿਕ ਹੋ ਗਏ। ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਬਖਾਣੀਐ। ਫਿਰ ਉਹਨਾਂ ਨੂੰ ਬ੍ਰਹਮ ਹੀ ਦਿਸਦਾ, ਬ੍ਰਹਮ ਹੀ ਸੁਣਦਾ, ਉਹ ਫਿਰ ਇੱਕ ਹੀ ਕਹਿੰਦੇ ਆ ਵੀ ਇੱਕੋ ਹੀ ਹੈ, ਸਾਰੇ ਪਾਸੇ ਇੱਕੋ ਹੀ ਇੱਕ। ਉਹਨਾਂ ਦੀ ਦ੍ਰਿਸ਼ਟੀ ਇਹੋ ਜਿਹੀ ਬਣ ਗਈ, ਉਹਨਾਂ ਦਾ ਤੋਰ ਹੀ ਇਹੋ ਜਿਹਾ ਬਣ ਗਿਆ, ਉਹਨਾਂ ਦਾ ਸੁਭਾਅ ਹੀ ਐਸਾ ਬਣ ਗਿਆ ਕਿ ਹੁਣ ਸਰਬ ਥਾਈਂ ਬ੍ਰਹਮ ਹੀ ਬ੍ਰਹਮ, ਬ੍ਰਹਮ ਹੀ ਬ੍ਰਹਮ ਦਿਸਦਾ, ਬ੍ਰਹਮ ਹੀ ਦਿਸਦਾ ਹੈ, ਬ੍ਰਹਮ ਹੀ ਸੁਣਦਾ ਹੈ, ਬ੍ਰਹਮ ਹੀ ਇੱਕੋ ਇੱਕ, ਇਹੀ ਕਹਿ ਕੇ ਉਹ ਵਖਾਣਦੇ ਹਨ। ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਇੱਕੋ ਆਤਮਾ ਦਾ ਪਸਾਰਾ ਹੈ, ਉਹੀ ਕਰਨਹਾਰਾ ਪ੍ਰਭੂ ਪਰਮੇਸ਼ਰ ਹੈ, ਉਹਦੇ ਬਿਨਾ ਕੋਈ ਦੂਜਾ ਨਹੀਂ ਹੈ। ਪ੍ਰਭ ਬਿਨਾ ਨਹੀਂ ਜਾਣੀਐ, ਉਹ ਪ੍ਰਭੂ ਬਿਨਾ ਕਿਸੇ ਦੂਜੇ ਨੂੰ ਨਹੀਂ ਜਾਣਦੇ, ਹੈ ਹੀ ਨਹੀਂ ਕੋਈ ਪ੍ਰਭੂ ਤੋਂ ਬਿਨਾ ਦੂਸਰਾ। ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ। ਉਹ ਆਪ ਹੀ ਕਰਤਾ ਹੈ, ਆਪ ਹੀ ਭੁਗਤਾ ਹੈ, ਆਪ ਹੀ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ। ਬਿਨਵੰਤ ਨਾਨਕ ਸੇਈ ਜਾਣ ਹੈ ਜਿਨੀ ਹਰ ਰਸ ਪੀਆ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਸੇਈ ਜਾਣਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਿਨ੍ਹਾਂ ਨੇ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਪੀਤਾ ਹੈ। ਜਿਨੀ ਹਰ ਰਸ ਪੀਆ, ਜਿਨ੍ਹਾਂ ਨੇ ਹਰੀ ਨਾਮ ਰਸ ਨੂੰ ਪੀਤਾ, ਉਹੀ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਸਵਰੂਪ ਨੂੰ ਜਾਣਦੇ ਹਨ। ਇਹ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਅੰਮ੍ਰਿਤ ਬਚਨ ਹਨ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਡਾ ਸਾਰਿਆਂ ਦਾ ਗਾਵਿਆ ਤੇ ਸੁਣਿਆ ਸਤਿਗੁਰੂ ਜੀ ਥਾਏ ਪਾਵਨ
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।